ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਜੀ GTA ਦੀਆਂ ਨਿਊਜ਼ ਦੇ ਨਾਲ। ਅਸਲ ਦੇ ਵਿੱਚ 14 ਜਨਵਰੀ 2025 ਨੂੰ ਇੱਕ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਪੈਡੈਸਟਰੀਅਨ ਔਰਤ ਜੋ ਕਿ ਬ੍ਰਿਸਟਲ ਰੋਡ ਵੈਸਟ ਤੇ ਲੋਨ ਲੇਕ ਐਵਨਿਊ ਮਿਸੀਸਾਗਾ ਦੇ ਵਿੱਚ ਕ੍ਰਾਸ ਵਾਕ ਤੋਂ ਸੜਕ ਪਾਰ ਕਰ ਰਹੀ ਸੀ ਕਿ ਉਸ ਨੂੰ ਇੱਕ ਬਲੈਕ SUV ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਜਿਹੜਾ SUV ਦਾ ਡਰਾਈਵਰ ਸੀ ਉਹ ਮੌਕੇ ਤੋਂ ਭੱਜ ਗਿਆ ਤੇ ਉਸਨੇ ਕੋਈ ਵੀ ਮਦਦ ਨਹੀਂ ਦਿੱਤੀ। ਇਸ ਤੋਂ ਬਾਅਦ ਵਿਕਟਿਮ ਜੋ ਕਿ ਆਪਣੀ ਔਰਤ ਦੇ 20s ਦੇ ਵਿੱਚ ਸੀ, ਉਹ ਇਹ ਫੀਮੇਲ ਸੀ ਜੀ, ਔਰਤ ਸਨ ਤੇ ਆਪਣੀ ਉਮਰ ਦੇ 20s ਦੇ ਵਿੱਚ ਸੀ। ਇਹਨਾਂ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਇਹਨਾਂ ਦੀ ਡੈਥ ਹੋ ਗਈ। ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ। ਇਹ ਇਨਵੈਸਟੀਗੇਸ਼ਨ ਮੇਜਰ ਕੋਲੀਜਨ ਬਿਊਰੋ ਦੇ ਵੱਲੋਂ ਕੀਤੀ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਇੱਕ ਸਸਪੈਕਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੇਲ ਟੂ ਰਿਮੇਨ ਕੋਲੀਜਨ ਦੇ ਮਾਮਲੇ ਵਿੱਚ ਜਿਸ ਸਸਪੈਕਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੀ ਪਹਿਚਾਣ ਜੀ ਜਾਰੀ ਕਰ ਦਿੱਤੀ ਗਈ ਹੈ। 11 ਫਰਵਰੀ 2026 ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਦਾ ਨਾਮ ਹੈ ਜੀ 26 ਸਾਲ ਦੇ ਮਿਸੀਸਾਗਾ ਵਾਸੀ ਸੰਦੀਪ ਸੇਖੋਂ। ਇਹਨਾਂ ਦੇ ਉੱਤੇ ਕੁਝ ਚਾਰਜਸ ਲਗਾਏ ਗਏ ਨੇ ਜਿਹਦੇ ਵਿੱਚ ਫੇਲੀਅਰ ਟੂ ਸਟਾਪ ਆਫਟਰ ਐਕਸੀਡੈਂਟ ਰਿਜ਼ਲਟਿੰਗ ਇਨ ਡੈਥ, ਡੇਂਜਰਸ ਆਪਰੇਸ਼ਨ ਕਾਜ਼ਿੰਗ ਡੈਥ ਵਰਗੇ ਜਿਹੜੇ ਮਾਮਲੇ ਨੇ ਇਹਨਾਂ ਦੇ ਉੱਤੇ ਲਗਾਏ ਗਏ ਨੇ, ਦੋਸ਼ ਲਗਾਏ ਗਏ ਨੇ। ਸੇਖੋਂ ਨੂੰ ਬੇਲ ਹੀਅਰਿੰਗ ਦੇ ਲਈ ਹਿਰਾਸਤ ਵਿੱਚ ਰੱਖਿਆ ਗਿਆ ਹੈ ਤੇ ਅੰਟਾਰੀਓ ਕੋਰਟ ਆਫ ਜਸਟਿਸ ਬਰੈਂਪਟਨ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ। ਅਗਲੀ ਖਬਰ ਸਾਂਝੀ ਕਰਨ ਲੱਗਿਆਂ ਬਰੈਂਪਟਨ ਦੇ ਨਾਲ ਸੰਬੰਧਿਤ, ਜਿੱਥੇ ਕਿ ਬੀਤੀ ਰਾਤ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਬਰੈਂਪਟਨ ਦੇ ਇੱਕ ਘਰ ਦੇ ਵਿੱਚ। ਅਸਲ ਦੇ ਵਿੱਚ ਕੱਲ ਰਾਤ ਤਕਰੀਬਨ 11:30 ਤੋਂ 12 ਵਜੇ ਦੇ ਵਿੱਚ ਇੱਕ ਘਰ ਦੇ ਉੱਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਕਾਫੀ ਸ਼ੂਟਿੰਗ ਕੀਤੀਆਂ ਗਈਆਂ, ਕਾਫੀ ਗੋਲੀਆਂ ਚਲਾਈਆਂ ਗਈਆਂ ਨੇ। ਇਹ ਬੈਲੀਨੀ ਅਤੇ ਕੰਟਰੀ ਡਰਾਈਵ ਦੇ ਉੱਤੇ ਸਥਿਤ ਇੱਕ ਕਾਰਨਰ ਲੋਟ ਹੈ ਜਿਸ ਦੇ ਵਿੱਚ 10 ਤੋਂ ਵੀ ਜ਼ਿਆਦਾ ਗੋਲੀਆਂ ਚਲਾਈਆਂ ਗਈਆਂ ਨੇ। ਪੁਲਿਸ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕੋਈ ਬਹੁਤੀ ਡਿਟੇਲ ਇਸ ਮਾਮਲੇ ਦੇ ਬਾਰੇ ਵਿੱਚ ਜਾਰੀ ਨਹੀਂ ਕੀਤੀ ਗਈ। ਇਸ ਘਟਨਾ ਵਿੱਚ ਹਾਲਾਂਕਿ ਇਹ ਜ਼ਰੂਰ ਦੱਸਿਆ ਗਿਆ ਕਿ ਗਨੀਮਤ ਰਹੀ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਜਿੰਨੀਆਂ ਇਸ ਵਿੱਚ ਗੋਲੀਆਂ ਚਲਾਈਆਂ ਗਈਆਂ ਸੀ। ਸੋ ਗਨੀਮਤ ਹੈ ਕਿ ਇਸ ਮਾਮਲੇ ਵਿੱਚ ਸ਼ੂਟਿੰਗ ਦੀ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਪੁਲਿਸ ਨੇ ਹਾਲਾਂਕਿ ਲੋਕਾਂ ਤੋਂ ਵੀ ਅਪੀਲ ਕੀਤੀ ਹੈ ਸਹਿਯੋਗ ਦੀ। ਇਸ ਨੂੰ ਲੈ ਕੇ ਇੱਕ CCTV ਫੁਟੇਜ ਜਿਹੜੀ ਆ ਉਹ ਇਸ ਵਕਤ ਮੀਡੀਆ ਹਾਊਸਿਸ ਦੇ ਵਿੱਚ ਕਾਫੀ ਸਰਕੂਲੇਟ ਹੋ ਰਹੀ ਹੈ। ਇਹ ਘਰ ਦੇ ਓਨਰ ਦੇ ਵੱਲੋਂ ਸ਼ਾਇਦ ਜਿਹੜੀ ਹੈ ਸਾਂਝੀ ਕੀਤੀ ਗਈ ਆ, ਜਿਸ ਦੇ ਵਿੱਚ ਇਸ ਘਰ ਦੇ ਮੇਨ ਡੋਰ ਹੈ ਉਸ ਦੇ ਬਾਹਰ ਦੋ ਸ਼ਖਸ ਖੜੇ ਤਾਬੜਤੋੜ ਗੋਲੀਆਂ ਚਲਾ ਰਹੇ ਨੇ। ਲਗਭਗ 10 ਤੋਂ ਵੀ ਵੱਧ ਗੋਲੀਆਂ ਚਲਾਈਆਂ ਗਈਆਂ ਨੇ। 10 ਤੋਂ 17 ਦੇ ਕਰੀਬ ਗੋਲੀਆਂ ਚੱਲਣ ਦੀ ਜਿਹੜੀ ਆਵਾਜ਼ਾਂ ਸੁਣਾਈ ਦਿੱਤੀਆਂ ਨੇ। ਇਹ ਦੋ ਸ਼ਖਸ ਆਰਾਮ ਨਾਲ ਗੋਲੀਆਂ ਚਲਾਉਂਦੇ ਨੇ। ਇਹਨਾਂ ਦੇ ਕੋਲ ਪਿੱਛੇ ਰੋਡ ਦੇ ਉੱਤੇ ਇੱਕ ਲਾਈਟ ਕਲਰ ਦੀ SUV ਗੱਡੀ ਸਟਾਰਟ ਉੱਥੇ ਖੜੀ ਹੁੰਦੀ ਹੈ ਜੋ ਕਿ ਫੁਟੇਜ ਵਿੱਚ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ। ਸੋ ਜਿਵੇਂ ਹੀ ਇਹ ਗੋਲੀਆਂ ਚਲਾਉਂਦੇ ਨੇ, ਗੋਲੀਆਂ ਚਲਾਉਣ ਤੋਂ ਬਾਅਦ ਇਹ ਵਾਪਸ ਗੱਡੀ ਦੇ ਵਿੱਚ ਜਾ ਕੇ ਬੈਠਦੇ ਨੇ। ਬੈਠਣ ਤੋਂ ਪਹਿਲਾਂ ਜਾਂ ਬੈਠਣ ਦੇ ਦੌਰਾਨ ਇਹ ਸਾਫ਼ ਨਹੀਂ ਹੈ ਕਿ ਇਸ ਦੌਰਾਨ ਫਿਰ ਤੋਂ ਇਹ ਫਾਇਰਿੰਗ ਕਰਦੇ ਨੇ ਤੇ ਇਸ ਤੋਂ ਬਾਅਦ ਇਸ ਗੱਡੀ ਵਿੱਚ ਸਵਾਰ ਹੋ ਕੇ ਉੱਥੋਂ ਚਲੇ ਜਾਂਦੇ ਨੇ। ਸੋ ਅਜੇ ਪੁਲਿਸ ਦੇ ਵੱਲੋਂ ਨਾ ਤਾਂ ਕਾਰ ਦੀਆਂ ਡਿਟੇਲਸ ਸਾਂਝੀਆਂ ਕੀਤੀਆਂ ਗਈਆਂ ਨੇ, ਕਿੰਨੇ ਸ਼ੂਟਰਸ ਦੀ ਇਹ ਵੀ ਨਹੀਂ ਅਜੇ ਪਤਾ ਕਿਉਂਕਿ ਗੱਡੀ ਸਟਾਰਟ ਸੀ, ਉਸ ਕਾਰ ਦੇ ਵਿੱਚ ਵੀ ਕੋਈ ਬੈਠਾ ਸੀ ਇਸ ਦੇ ਬਾਰੇ ਵਿੱਚ ਨਹੀਂ ਪਤਾ। ਪਰ ਦੋ ਸ਼ੂਟਰਸ ਡੋਰ ਦੇ ਕੋਲ ਖੜ ਕੇ, ਮੇਨ ਗੇਟ ਦੇ ਕੋਲ ਖੜ ਕੇ ਗੋਲੀਆਂ ਜ਼ਰੂਰ ਚਲਾ ਰਹੇ ਸੀ। ਸੋ ਪੁਲਿਸ ਇਸ ਦੀ ਵੱਖ-ਵੱਖ ਐਂਗਲਸ ਦੇ ਨਾਲ ਜਾਂਚ ਕਰ ਰਹੀ ਹੈ। ਹਾਲਾਂਕਿ ਕੁਝ ਨਾਮ, ਕੋਈ ਆਈਡੈਂਟੀਟੀ ਜਿਹੜੀ ਉਹ ਡਿਸਕਲੋਜ਼ ਨਹੀਂ ਕੀਤੀ ਗਈ, ਪਰ ਇੰਨਾ ਜ਼ਰੂਰ ਹੈ ਜੋ ਜਾਣਕਾਰੀ ਹੁਣ ਤੱਕ ਮਿਲੀ ਹੈ ਇਹ ਇੱਕ ਪੰਜਾਬੀ ਬਿਜ਼ਨਸਮੈਨ ਦਾ ਘਰ ਹੈ ਜਿਸ ਦੇ ਉੱਤੇ ਇਹ ਲਗਾਤਾਰ ਫਾਇਰਿੰਗ ਕੀਤੀ ਗਈ ਹੈ। ਸੋ ਇਹ ਜੋ ਬਿਜ਼ਨਸਮੈਨ ਸਨ ਕਹਿੰਦੇ ਕਿ ਇਹ ਕੰਸਟਰਕਸ਼ਨ ਦੇ ਨਾਲ ਸੰਬੰਧਿਤ ਕਿਸੇ ਫੀਲਡ ਦੇ ਵਿੱਚ ਇਹ ਕੰਮ ਕਰਦੇ ਨੇ। ਸੋ ਇਹਨਾਂ ਦਾ ਇਹ ਬਿਜ਼ਨਸ ਹੈ ਤੇ ਇਸ ਤੋਂ ਬਾਅਦ ਫਿਲਹਾਲ CCTV ਕੈਮਰੇ ਦੀ ਫੁਟੇਜ ਪੂਰੀ ਖੰਗਾਲੀ ਜਾ ਰਹੀ ਹੈ। ਪੁਲਿਸ ਨੇ ਨਾਲ ਦੇ ਘਰਾਂ ਤੋਂ ਵੀ ਪੁੱਛਗਿੱਛ ਕੀਤੀ ਹੈ ਪਰ ਜਿੰਨੀ ਸਾਨੂੰ ਇਸ ਵਕਤ ਇਨਫੋਰਮੇਸ਼ਨ ਮਿਲੀ ਹੈ ਇਹ ਇੱਕ ਪੰਜਾਬੀ ਬਿਜ਼ਨਸਮੈਨ ਦਾ ਘਰ ਹੈ। ਸੋ ਇਸ ਨੂੰ ਫਿਰੌਤੀ ਦੇ ਤੌਰ ਦੇ ਉੱਤੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਟਾਰਗੇਟ ਸ਼ੂਟਿੰਗ ਸੀ। ਹਰ ਚੀਜ਼ ਦੇ ਮਾਮਲੇ ਦੇ ਵਿੱਚ ਇਸ ਵਕਤ ਪੁਲਿਸ ਜਾਂਚ ਕਰ ਰਹੀ ਹੈ ਪਰ ਜ਼ਿਆਦਾ ਡਿਟੇਲ ਅਜੇ ਪੁਲਿਸ ਦੇ ਵੱਲੋਂ ਡਿਸਕਲੋਜ਼ ਇਸ ਮਾਮਲੇ ਦੇ ਉੱਤੇ ਨਹੀਂ ਕੀਤੀਆਂ ਗਈਆਂ। ਅਗਲੀ ਖਬਰ ਵੱਲ ਆਪਾਂ ਅੱਗੇ ਵਧਦੇ ਹਾਂ। ਕੁਝ MPs ਦੇ ਵੱਲੋਂ ਕੰਸਰਨ ਸ਼ੋ ਕੀਤਾ ਗਿਆ ਫੈਡ ਦੇ ਇੱਕ ਪਲਾਨ ਨੂੰ ਲੈ ਕੇ। ਕੀ ਇਹ ਪਲਾਨ ਹੈ? ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹਾਂ। ਅਸਲ ਦੇ ਵਿੱਚ ਓਟਵਾ ਦੇ ਵਿੱਚ ਲਿਬਰਲ ਸਰਕਾਰ ਦੀ ਇੱਕ ਨਵੀਂ ਯੋਜਨਾ ਉੱਤੇ ਕਈ ਮੈਂਬਰਸ ਆਫ ਪਾਰਲੀਮੈਂਟ ਦੇ ਵੱਲੋਂ ਕਾਫੀ ਗੰਭੀਰ ਚਿੰਤਾ ਜਤਾਈ ਜਾ ਰਹੀ ਹੈ। ਸਰਕਾਰ ਨੇ ਆਪਣੀ ਓਮਨੀਬਸ ਬਜਟ ਇੰਪਲੀਮੈਂਟੇਸ਼ਨ ਬਿੱਲ ਦੇ ਰਾਹੀਂ ਕੈਬਨਿਟ ਨੂੰ ਇਹ ਪਾਵਰ ਦੇਣ ਦੀ ਇਸ ਵਕਤ ਕੋਸ਼ਿਸ਼ ਕੀਤੀ ਹੈ ਕਿ ਉਹ ਕੁਝ ਇੰਡੀਵਿਜੂਅਲਸ ਜਾਂ ਫਿਰ ਕਾਰਪੋਰੇਸ਼ਨਸ ਨੂੰ ਫੈਡਰਲ ਲਾਅਸ ਤੋਂ ਐਕਸੈਂਪਸ਼ਨ ਦੇ ਸਕਣ, ਯਾਨੀ ਕਿ ਛੂਟ ਦੇ ਸਕਣ। ਇਹ ਬਿੱਲ ਇਸ ਵੇਲੇ ਹਾਊਸ ਆਫ ਕਾਮਨਸ ਕਮੇਟੀ ਦੇ ਵਿੱਚ ਇਸ ਦੇ ਉੱਤੇ ਡਿਬੇਟ ਹੋ ਰਹੀ ਹੈ। ਇਹ ਪ੍ਰਪੋਜ਼ਡ ਐਕਸੈਂਪਸ਼ਨਸ ਨੂੰ ਸਰਕਾਰ ਰੈਗੂਲੇਟਰੀ ਸੈਂਡ ਬਾਕਸਿਸ ਵੀ ਕਹਿ ਰਹੀ ਹੈ।
ਰੈਗੂਲੇਟਰੀ ਸੈਂਡਬਾਕਸ ਦਾ ਮਤਲਬ ਹੈ ਕਿ ਆਮ ਤੌਰ ਤੇ ਇਹ ਹੁੰਦਾ ਹੈ ਕਿ ਕਿਸੇ ਨਵੇਂ ਪ੍ਰੋਜੈਕਟ, ਟੈਕਨੋਲੋਜੀ ਜਾਂ ਫਿਰ ਬਿਜ਼ਨਸ ਮਾਡਲ ਨੂੰ ਕੁਝ ਨਿਯਮਾਂ ਤੋਂ ਟੈਂਪਰੇਰੀ ਛੂਟ ਦੇ ਕੇ ਟੈਸਟ ਕਰਨ ਦੀ ਇਜਾਜ਼ਤ ਜਿਹੜੀ ਹੈ ਇਹ ਦਿੱਤੀ ਜਾ ਸਕੇ, ਤਾਂ ਜੋ ਇਨੋਵੇਸ਼ਨ ਨੂੰ ਹੋਰ ਜ਼ਿਆਦਾ ਮੋਟੀਵੇਸ਼ਨ ਮਿਲ ਸਕੇ। ਇਸ ਕਲੌਜ਼ ਦੇ ਤਹਿਤ ਜਿਹੜੇ ਫੈਡਰਲ ਮਿਨਿਸਟਰਸ ਨੇ ਉਹ ਆਪਣੇ ਪੋਰਟਫੋਲੀਓ ਦੇ ਨਾਲ ਸੰਬੰਧਿਤ ਨਾਨ ਕ੍ਰਿਮੀਨਲ ਫੈਡਰਲ ਲਾਜ਼ ਤੋਂ ਕਿਸੇ ਵੀ ਵਿਅਕਤੀ ਜਾਂ ਫਿਰ ਕੰਪਨੀ ਨੂੰ ਐਗਜ਼ੈਂਪਟ ਕਰ ਸਕਣਗੇ। ਇਸ ਦਾ ਮਤਲਬ ਹੈ ਕਿ ਕ੍ਰਿਮੀਨਲ ਲਾਜ਼ ਦੇ ਉੱਤੇ ਕੋਈ ਵੀ ਅਸਰ ਨਹੀਂ ਪਏਗਾ, ਪਰ ਰੈਗੂਲੇਟਰੀ ਜਾਂ ਫਿਰ ਐਡਮਿਨਿਸਟ੍ਰੇਟਿਵ ਕਿਸਮ ਦੇ ਕਾਨੂੰਨ ਤੋਂ ਛੋਟ ਦਿੱਤੀ ਜਾ ਸਕਦੀ ਹੈ। ਟ੍ਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਜਿਹੜੇ ਨੇ, ਟ੍ਰੈਜਰੀ ਬੋਰਡ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਕਨਫਲਿਕਟ ਆਫ ਇੰਟਰਸਟ ਐਕਟ ਫਿਰ ਵੀ ਲਾਗੂ ਰਹੇਗਾ। ਮਤਲਬ ਇਹ ਹੈ ਕਿ ਮੰਤਰੀਆਂ ਤੇ ਅਧਿਕਾਰੀਆਂ ਦੇ ਲਈ ਕਨਫਲਿਕਟ ਆਫ ਇੰਟਰਸਟ ਦੇ ਜਿਹੜੇ ਨਿਯਮ ਨੇ, ਜੋ ਰੂਲਸ ਨੇ, ਉਹ ਬਰਕਰਾਰ ਰਹਿਣਗੇ ਭਾਵੇਂ ਕਿਸੇ ਨੂੰ ਐਗਜ਼ੈਂਪਸ਼ਨ ਮਿਲੇ। ਸੋ ਹਾਊਸ ਕਮੇਟੀ ਦੀ ਬੈਠਕ ਦੇ ਦੌਰਾਨ ਕਈ ਐਮਪੀਸ ਨੇ ਇਸ ਕਲੌਜ਼ ਦੇ ਉੱਤੇ ਸਵਾਲ ਚੁੱਕੇ ਨੇ। ਕੁਝ ਐਮਪੀਸ ਨੇ ਚਿੰਤਾ ਜਤਾਈ ਹੈ ਕਿ ਜੇਕਰ ਕੈਬਨਿਟ ਨੂੰ ਅਜਿਹੀ ਪਾਵਰ ਮਿਲ ਜਾਂਦੀ ਹੈ ਤਾਂ ਇਸ ਦਾ ਮਿਸਯੂਜ਼ ਹੋ ਸਕਦਾ ਹੈ। ਉਹਨਾਂ ਨੇ ਪੁੱਛਿਆ ਹੈ ਕਿ ਕੀ ਫੁੱਲ ਮੂਵ ਫਿਊਚਰ ਦੇ ਵਿੱਚ ਕਨਫਲਿਕਟਸ ਆਫ ਇੰਟਰਸਟ ਪੈਦਾ ਕਰ ਸਕਦੀ ਹੈ, ਖਾਸ ਕਰਕੇ ਜੇ ਕਿਸੇ ਖਾਸ ਕੰਪਨੀ ਜਾਂ ਫਿਰ ਇੰਡੀਵਿਜੂਅਲ ਨੂੰ ਇਸ ਦਾ ਫਾਇਦਾ ਮਿਲੇ। ਕੁਝ ਐਮਪੀਸ ਨੇ ਇਹ ਵੀ ਪੁੱਛਿਆ ਹੈ ਕਿ ਐਗਜ਼ੈਂਪਸ਼ਨਸ ਦੇਣ ਦੇ ਲਈ ਕਿਹੜੇ ਸਟੈਂਡਰਡਸ ਜਾਂ ਕ੍ਰਾਈਟੇਰੀਆ ਹੋਣਗੇ ਤੇ ਇਹ ਵੀ ਕਿਵੇਂ ਯਕੀਨੀ ਬਣਾਇਆ ਜਾਏਗਾ ਕਿ ਇਹ ਫੈਸਲਾ ਟਰਾਂਸਪੇਰੈਂਟ ਤੇ ਅਕਾਊਂਟੇਬਲ ਹੋਏਗਾ। ਐਮਪੀਸ ਨੇ ਇਹ ਵੀ ਸਵਾਲ ਕੀਤਾ ਹੈ ਕਿ ਕੀ ਅਜਿਹੇ ਸੈਂਡਬਾਕਸ ਪ੍ਰੋਜੈਕਟਸ ਸੱਚਮੁੱਚ ਪਬਲਿਕ ਇੰਟਰਸਟ ਵਿੱਚ ਹੋਣਗੇ ਜਾਂ ਫਿਰ ਕੁਝ ਪ੍ਰਾਈਵੇਟ ਇੰਟਰਸਟ ਨੂੰ ਲਾਭ ਪਹੁੰਚਾਇਆ ਜਾਏਗਾ, ਪ੍ਰੋਫਿਟ ਦਿੱਤਾ ਜਾਏਗਾ। ਉਹਨਾਂ ਨੂੰ ਚਿੰਤਾ ਹੈ ਕਿ ਬਿਨਾਂ ਮਜ਼ਬੂਤ ਓਵਰਸਾਈਟ ਦੇ ਇਹ ਪਾਵਰ ਬਹੁਤ ਵੱਡੀ ਤੇ ਬ੍ਰੌਡ ਹੋ ਸਕਦੀ ਹੈ। ਸੋ ਟ੍ਰੈਜਰੀ ਬੋਰਡ ਦੇ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਮਿਸਟਰ ਸ਼ਫਕਤ ਅਲੀ, ਉਹਨਾਂ ਨੇ ਸਰਕਾਰ ਦੀ ਇਸ ਪਲਾਨ ਦਾ, ਇਸ ਯੋਜਨਾ ਦਾ ਬਚਾਓ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਪਾਵਰ ਸਰਕਾਰ ਨੂੰ ਪ੍ਰੋਸੈਸਸ ਨੂੰ ਤੇਜ਼ ਕਰਨ ਦੇ ਵਿੱਚ ਮਦਦ ਕਰੇਗੀ ਤੇ ਇਨੋਵੇਸ਼ਨ ਨੂੰ ਉਤਸ਼ਾਹ ਦੇਵੇਗੀ, ਹੋਰ ਮੋਟੀਵੇਟ ਕਰੇਗੀ। ਉਹਨਾਂ ਨੇ ਦੱਸਿਆ ਕਿ ਐਗਜ਼ੈਂਪਸ਼ਨਸ ਦੇ ਤਹਿਤ ਐਗਜ਼ੈਂਪਸ਼ਨਸ ਜਿਹੜੀਆਂ ਨੇ ਇਹ ਤਦ ਹੀ ਦਿੱਤੀਆਂ ਜਾਣਗੀਆਂ ਜਦੋਂ ਇਹ ਨਿਰਧਾਰਿਤ ਹੋਏਗਾ ਕਿ ਉਹ ਪਬਲਿਕ ਇੰਟਰਸਟ ਦੇ ਵਿੱਚ ਨੇ। ਉਹਨਾਂ ਦੇ ਅਨੁਸਾਰ ਇਹ ਮੈਕੈਨਿਜ਼ਮ ਨਵੇਂ ਆਈਡੀਆਜ਼ ਜਾਂ ਫਿਰ ਟੈਕਨੋਲੋਜੀਜ਼ ਨੂੰ ਟੈਸਟ ਕਰਨ ਦੇ ਲਈ ਇੱਕ ਫਲੈਕਸੀਬਲ ਟੂਲ ਹੋਏਗਾ, ਬਿਨਾਂ ਪੂਰੇ ਕਾਨੂੰਨ ਨੂੰ ਬਦਲੇ। ਫਿਲਹਾਲ ਇਹ ਕਲੌਜ਼ ਕਮੇਟੀ ਸਟੇਜ ਤੇ ਹੈ ਤੇ ਐਮਪੀਸ ਇਸ ਦੀ ਜ਼ਿਆਦਾ ਜਾਂਚ ਦੀ ਮੰਗ ਕਰ ਰਹੇ ਨੇ। ਡਿਬੇਟ ਦੇ ਦੌਰਾਨ ਟਰਾਂਸਪੇਰੈਂਸੀ, ਅਕਾਊਂਟੇਬਿਲਿਟੀ ਤੇ ਪੋਟੈਂਸ਼ੀਅਲ ਕਨਫਲਿਕਟਸ ਆਫ ਇੰਟਰਸਟ ਵਰਗੇ ਮੁੱਦੇ ਜਿਹੜੇ ਆ ਇਹ ਫਿਲਹਾਲ ਫੋਕਸ ਦੇ ਵਿੱਚ ਨੇ। ਅਗਲੀ ਖਬਰ ਸਾਂਝੀ ਕਰਨ ਲੱਗਿਆ ਓਨਟਾਰੀਓ ਦੀਆਂ ਟਿਊਸ਼ਨ ਫੀਸ ਨੂੰ ਲੈ ਕੇ, ਜੋ ਓਨਟਾਰੀਓ ਦੇ ਵੱਲੋਂ ਐਂਡ ਕੀਤਾ ਗਿਆ ਪਬਲਿਕ ਕਾਲਜਿਸ ਤੇ ਯੂਨੀਵਰਸਿਟੀਜ਼ ਦੀਆਂ ਟਿਊਸ਼ਨ ਫੀਸ ਨੂੰ। ਓਨਟਾਰੀਓ ਦੀ ਫੋਰਡ ਸਰਕਾਰ ਇਸ ਸਾਲ ਪਬਲਿਕ ਕਾਲਜਿਸ ਤੇ ਯੂਨੀਵਰਸਿਟੀਜ਼ ਦੇ ਲਈ ਟਿਊਸ਼ਨ ਫੀਸ ਨੂੰ ਖਤਮ ਕਰ ਰਹੀ ਹੈ। ਪੈਂਡੈਮਿਕ ਦੇ ਦੌਰਾਨ ਇਹ ਫੀਸ ਦੀ ਸ਼ੁਰੂਆਤ ਹੋਈ ਸੀ। ਸੈਪਟੰਬਰ ਤੋਂ ਇੰਸਟੀਟਿਊਸ਼ਨਸ ਹਰ ਸਾਲ 2% ਟਿਊਸ਼ਨ ਇਨਕਰੀਜ਼ ਕਰ ਸਕਣਗੇ 3 ਸਾਲਾਂ ਦੇ ਲਈ। ਉਸ ਤੋਂ ਬਾਅਦ ਫੀਸ ਦਾ ਜਿਹੜਾ ਵਾਧਾ ਹੋਏਗਾ ਇਹ ਇਨਫਲੇਸ਼ਨ ਦੇ ਅਨੁਸਾਰ ਜਾਂ ਫਿਰ 2% ਸਾਲਾਨਾ ਹੋਏਗਾ, ਜੋ ਵੀ ਇਹਨਾਂ ਚੋਂ ਘੱਟ ਹੋਏਗਾ। ਸੋ ਉਸ ਦੇ ਆਧਾਰ ਤੇ ਇਸ ਨੂੰ ਤੈਅ ਕੀਤਾ ਜਾਏਗਾ। ਅਗਲੇ 4 ਸਾਲਾਂ ਦੇ ਵਿੱਚ $6.4 ਬਿਲੀਅਨ ਦੀ ਕੋਰ ਫੰਡਿੰਗ ਜਿਹੜੀ ਆ ਉਹ ਵਧਾਈ ਜਾਏਗੀ ਤੇ ਇਹ ਫੰਡਿੰਗ ਖਾਸ ਕਰਕੇ ਇਨ ਡਿਮਾਂਡ ਕਰੀਅਰਸ ਨਾਲ ਜੁੜੇ ਜਿਹੜੇ ਕੋਰਸਿਸ ਹੋਣਗੇ ਉਸ ਦੇ ਲਈ ਹੋਏਗੀ। ਸਰਕਾਰ ਕਹਿੰਦੀ ਹੈ ਕਿ ਇਸ ਨਾਲ ਆਪਰੇਟਿੰਗ ਫੰਡਿੰਗ ਲਗਭਗ 30% ਵੱਧ ਕੇ 7 ਬਿਲੀਅਨ ਐਨੂਅਲੀ ਹੋ ਜਾਏਗੀ। ਮਿਨਿਸਟਰ ਨੋਲਨ ਕੁਇਨ ਨੇ ਕਿਹਾ ਹੈ ਕਿ ਇਹ ਕਦਮ ਕਾਲਜਿਸ ਅਤੇ ਯੂਨੀਵਰਸਿਟੀਜ਼ ਦੀ ਸਸਟੇਨੇਬਿਲਿਟੀ ਯਕੀਨੀ ਬਣਾਏਗੀ ਤੇ ਸਟੂਡੈਂਟਸ ਨੂੰ ਇਨ ਡਿਮਾਂਡ ਸਕਿੱਲਸ ਦੇਵੇਗੀ, ਜਦਕਿ ਐਜੂਕੇਸ਼ਨ ਐਕਸੈਸਿਬਲ ਰੱਖੀ ਜਾਏਗੀ। ਨਵੀਂ ਫੰਡਿੰਗ ਦੇ ਨਾਲ 70,000 ਨਵੇਂ ਸਟੂਡੈਂਟ ਸੀਟਸ ਬਣਾਏ ਜਾਣਗੇ, 70,000। ਫਾਈਨੈਂਸ ਮਿਨਿਸਟਰ ਪੀਟਰ ਬੈਥਨਫਲਵੀ ਨੇ ਕਿਹਾ ਹੈ ਕਿ ਇਸ ਪੋਸਟ ਸੈਕੰਡਰੀ ਐਜੂਕੇਸ਼ਨ ਓਨਟਾਰੀਓ ਦੇ ਲਈ ਇੱਕ ਇੰਪੋਰਟੈਂਟ ਲੌਂਗ ਟਰਮ ਇਨਵੈਸਟਮੈਂਟ ਹੈ ਤੇ ਇਸ ਐਲਾਨ ਦੇ ਨਾਲ ਇਸ ਨੂੰ ਸਸਟੇਨੇਬਲ ਰੱਖਿਆ ਜਾਏਗਾ। ਫੀਸ ਵਧਾਉਣ ਦੇ ਬਾਵਜੂਦ ਕੁਇਨ ਨੇ ਕਿਹਾ ਹੈ ਕਿ ਕਾਲਜਿਸ ਅਤੇ ਯੂਨੀਵਰਸਿਟੀਜ਼ ਨੂੰ ਅਜੇ ਵੀ ਆਪਣੇ ਖਰਚੇ ਘਟਾਉਣ ਲਈ ਐਫੀਸ਼ੀਐਂਸੀਜ਼ ਲੱਭਣੀਆਂ ਪੈਣਗੀਆਂ। ਸੋ ਸਰਕਾਰ ਦੀਆਂ 3 ਪ੍ਰਾਇਓਰਿਟੀਜ਼ ਨੇ ਇਸ ਵਕਤ: ਸਟੂਡੈਂਟਸ ਨੂੰ ਇਨ ਡਿਮਾਂਡ ਕਰੀਅਰਸ ਲਈ ਤਿਆਰ ਕਰਨਾ, ਪੋਸਟ ਸੈਕੰਡਰੀ ਐਜੂਕੇਸ਼ਨਸ ਦੀ ਐਕਸੈਸ ਬਣਾਈ ਰੱਖਣਾ ਤੇ ਸੈਕਟਰ ਆਫ ਫਾਈਨੈਂਸ਼ੀਅਲੀ ਸਸਟੇਨੇਬਲ ਬਣਾਉਣਾ। ਇਸ ਸੈਕਟਰ ਨੂੰ ਫਾਈਨੈਂਸ਼ੀਅਲੀ ਸਸਟੇਨੇਬਲ ਬਣਾਉਣਾ ਕਿਉਂਕਿ ਲਗਾਤਾਰ ਕਾਲਜਿਸ ਇਸ ਗੱਲ ਦੀ ਮੰਗ ਕਰ ਰਹੇ ਸੀ, ਯੂਨੀਵਰਸਿਟੀਜ਼ ਮੰਗ ਕਰ ਰਹੀਆਂ ਸੀ ਕਿ ਉਹਨਾਂ ਨੂੰ ਖਾਸ ਤੌਰ ਤੇ ਸਟੂਡੈਂਟ ਕੈਪਿੰਗ ਦੇ ਕਰਕੇ, ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਕੈਪ ਲਗਾਉਣ ਦੇ ਕਰਕੇ ਕਾਫੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ OSAP ਲੋਨਸ ਅਤੇ ਗ੍ਰਾਂਟ ਸਿਸਟਮ ਦੇ ਵਿੱਚ ਵੀ ਵੱਡੇ ਚੇਂਜਸ ਕਰੇਗੀ। ਇਸ ਵੇਲੇ ਫੰਡਿੰਗ ਰੇਸ਼ੋ ਲਗਭਗ 85% ਗ੍ਰਾਂਟਸ ਤੇ 15% ਲੋਨ ਹੈ, ਮਤਲਬ ਕਿ 85% ਗ੍ਰਾਂਟਸ ਤੇ 15% ਲੋਨ। ਪਰ ਫਾਲ ਤੋਂ ਸਟੂਡੈਂਟਸ ਨੂੰ ਵੱਧ ਤੋਂ ਵੱਧ
25% ਜਿਹੜੀਆਂ ਗ੍ਰਾਂਟਸ ਮਿਲਣਗੀਆਂ, ਫੰਡਿੰਗ ਗ੍ਰਾਂਟਸ ਮਿਲਣਗੀਆਂ, ਬਾਕੀ ਲੋਨਸ ਹੋਣਗੇ। ਯੂਨੀਵਰਸਿਟੀਜ਼ ਤੇ ਕਾਲਜਿਸ ਨੇ ਇਸ ਅਨਾਉਂਸਮੈਂਟ ਦਾ ਸਵਾਗਤ ਕੀਤਾ ਹੈ। ਕੌਂਸਲ ਆਫ ਓਨਟਾਰੀਓ ਯੂਨੀਵਰਸਿਟੀਜ਼ ਦੇ CEO ਸਟੀਵ ਔਰਸੀਨੀ ਨੇ ਕਿਹਾ ਹੈ ਕਿ ਇਹ ਇਨਵੈਸਟਮੈਂਟ ਲੌਂਗ ਟਰਮ ਪਲੈਨਿੰਗ ਤੇ ਸਸਟੇਨੇਬਿਲਿਟੀ ਲਈ ਕਾਫੀ ਜ਼ਿਆਦਾ ਜ਼ਰੂਰੀ ਸੀ ਤੇ ਇਹ ਮਦਦਗਾਰ ਸਾਬਿਤ ਹੋਏਗੀ। ਕਾਲਜ ਓਨਟਾਰੀਓ ਦੀ CEO ਮੌਰੀਨ ਐਡਮਸਨ ਨੇ ਕਿਹਾ ਹੈ ਕਿ ਕਾਲਜ ਗ੍ਰੈਜੂਏਟਸ ਦੇ ਲਈ ਕਈ ਇੰਡਸਟਰੀਜ਼ ਲਈ ਇਹ ਕਾਫੀ ਜ਼ਰੂਰੀ ਸੀ, ਜਿਵੇਂ ਕਿ ਮੈਨੂਫੈਕਚਰਿੰਗ, ਕੰਸਟਰਕਸ਼ਨ, ਟਰਾਂਸਪੋਰਟੇਸ਼ਨ, ਮਾਈਨਿੰਗ, ਐਨਰਜੀ ਤੇ ਹੈਲਥ ਕੇਅਰ। ਦੂਜੇ ਪਾਸੇ ਓਨਟਾਰੀਓ NDP MPP ਪੈਗੀ ਸੈਟਲਰ ਇਹਨਾਂ ਨੇ ਇਸ ਨੂੰ ਕ੍ਰਿਟਿਸਾਈਜ਼ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਕਾਸਟ ਆਫ ਲਿਵਿੰਗ ਕ੍ਰਾਈਸਿਸ ਦੇ ਦੌਰਾਨ ਸਟੂਡੈਂਟਸ ਦੇ ਉੱਤੇ ਐਕਸਟਰਾ ਬੋਝ ਪਾ ਰਹੀ ਹੈ। ਉਹਨਾਂ ਨੇ ਕਿਹਾ ਕਿ ਟਿਊਸ਼ਨ ਹਾਈਕ ਤੇ OSEP ਗ੍ਰਾਂਟਸ ਘਟਾਉਣ ਦੇ ਨਾਲ ਜਿਹੜੇ ਯੰਗ ਲੋਕ ਨੇ ਇਹ ਕਰਜ਼ੇ ਦੇ ਵਿੱਚ ਡੁੱਬ ਜਾਣਗੇ ਤੇ ਪ੍ਰੋਵਿੰਸ ਦੀ ਇਕਨੋਮਿਕ ਫਿਊਚਰ ਨੂੰ ਕਾਫੀ ਨੁਕਸਾਨ ਹੋਏਗਾ। ਇਹ 2024 ਦੇ ਵਿੱਚ ਮਿਲੇ $1 ਬਿਲੀਅਨ ਤੋਂ ਥੋੜ੍ਹਾ ਜ਼ਿਆਦਾ ਫੰਡਿੰਗ ਬੂਸਟ ਤੋਂ ਬਾਅਦ ਵੀ ਪਹਿਲਾਂ ਵੀ ਵੱਡਾ ਫਾਈਨੈਂਸ਼ੀਅਲ ਬਦਲਾਵ ਦੇਖਣ ਨੂੰ ਮਿਲਿਆ ਸੀ। ਐਕਸਪਰਟ ਪੈਨਲਸ ਨੇ ਇਸ ਦੇ ਉੱਤੇ ਕਾਫੀ ਫੰਡਿੰਗ ਵੱਧ ਕਰਨ ਦੀ ਸਿਫਾਰਿਸ਼ ਕੀਤੀ ਸੀ। ਫੈਡਰਲ ਗਵਰਨਮੈਂਟ ਦੇ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਕੈਪ ਲਗਾਉਣ ਤੋਂ ਬਾਅਦ ਓਨਟਾਰੀਓ ਦਾ ਜਿਹੜਾ ਪੋਸਟ ਸੈਕੰਡਰੀ ਸੈਕਟਰ ਹੈ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਅਕਸਰ ਆਪਾਂ ਇਸ ਦੇ ਬਾਰੇ ਵਿੱਚ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਕਈ ਕਾਲਜਿਸ ਨੇ ਲੇ-ਆਫਸ ਵੀ ਕੀਤੇ ਨੇ, ਪ੍ਰੋਗਰਾਮਸ ਜਿਹੜੇ ਉਹ ਬੰਦ ਕੀਤੇ ਨੇ, ਕਈ ਕੈਂਪਸਿਸ ਵੀ ਜਿਹੜੇ ਨੇ ਕਲੋਜ਼ ਹੋਏ ਨੇ। ਕੈਪ ਦੇ ਕਰਕੇ ਕਾਲਜਿਸ ਤੇ ਯੂਨੀਵਰਸਿਟੀਜ਼ ਨੂੰ ਲਗਭਗ $2 ਬਿਲੀਅਨ ਪ੍ਰਤੀ ਸਾਲ ਰੈਵਨਿਊ ਲਾਸ ਹੋਇਆ ਹੈ। ਹਰ ਸਾਲ $2 ਬਿਲੀਅਨ। ਕਾਲਜ ਜਿਹੜੇ ਨੇ ਓਨਟਾਰੀਓ ਦੇ ਅਨੁਸਾਰ ਮੈਂਬਰ ਇੰਸਟੀਟਿਊਸ਼ਨਸ ਨੇ ਪਹਿਲਾਂ ਹੀ $1.8 ਬਿਲੀਅਨ ਕੱਟਸ ਕੀਤੇ ਨੇ, 600 ਪ੍ਰੋਗਰਾਮਸ ਸਸਪੈਂਡ ਕੀਤੇ ਨੇ ਤੇ 8000 ਜੌਬਸ ਖਤਮ ਕੀਤੀਆਂ ਨੇ। ਕਈ ਕੈਂਪਸ ਵੀ ਬੰਦ ਹੋਏ ਨੇ। 2018 ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵਸ ਨੇ ਟਿਊਸ਼ਨ ਨੂੰ 10% ਘਟਾਇਆ ਸੀ ਤੇ ਫਿਰ ਇਸ ਨੂੰ ਫ੍ਰੀਜ਼ ਕਰ ਦਿੱਤਾ ਸੀ। ਇਸ ਕਰਕੇ ਕਾਲਜਿਸ ਇੰਟਰਨੈਸ਼ਨਲ ਸਟੂਡੈਂਟਸ ਦੀ ਫੀਸ ਦੇ ਉੱਤੇ ਜ਼ਿਆਦਾ ਡਿਪੈਂਡੈਂਟ ਹੋ ਗਏ ਸੀ ਤੇ ਨਵਾਂ ਟਿਊਸ਼ਨ ਫਰੇਮਵਰਕ ਇਹ ਯਕੀਨੀ ਬਣਾਏਗਾ ਕਿ ਪ੍ਰੋਵਿੰਸ਼ੀਅਲ ਟਿਊਸ਼ਨਸ ਫੀਸ 2030 ਤੱਕ 2019 ਦੇ ਲੈਵਲ ਤੋਂ ਹੇਠਾਂ ਰਹਿਣ। ਸੋ ਇਸ ਕੈਪ ਦੀ ਗੱਲ ਕੀਤੀ ਜਾਵੇ ਤਾਂ ਕੈਪ ਤੋਂ ਪਹਿਲਾਂ ਓਨਟਾਰੀਓ ਕਾਲਜਿਸ ਦੀ ਲਗਭਗ 30% ਰੈਵਨਿਊ ਇੰਟਰਨੈਸ਼ਨਲ ਸਟੂਡੈਂਟਸ ਤੋਂ ਆਉਂਦੀ ਸੀ। ਜਿਹੜੇ ਸਾਡੇ ਮਿਨਿਸਟਰ ਕੁਇਨ ਨੇ ਉਹਨਾਂ ਨੇ ਕਿਹਾ ਹੈ ਕਿ 2019 ਤੋਂ ਪੋਸਟ ਸੈਕੰਡਰੀ ਲੈਂਡਸਕੇਪ ਬਦਲ ਚੁੱਕੀ ਹੈ ਤੇ ਇੰਸਟੀਟਿਊਸ਼ਨਸ ਨੂੰ ਗਵਰਨਮੈਂਟ ਫੰਡਿੰਗ ਤੋਂ ਇਲਾਵਾ ਹੋਰ ਰੈਵਨਿਊ ਸੋਰਸਿਸ ਵੀ ਡਾਈਵਰਸੀਫਾਈ ਕਰਨੇ ਪੈਣਗੇ, ਜਦਕਿ ਸਟੂਡੈਂਟਸ ਦੇ ਲਈ ਖਰਚੇ ਘੱਟ ਰੱਖਣੇ ਹਨ। ਸੋ ਹੁਣ ਇਹ ਦੇਖਣਾ ਹੋਏਗਾ। ਕਾਲਜਿਸ ਤਾਂ ਇਸ ਵਕਤ ਲਾਸ ਦੇ ਵਿੱਚ ਜਾ ਰਹੇ ਸੀ ਸਰਕਾਰ ਦੇ ਵੱਲੋਂ, ਹਾਲਾਂਕਿ ਜੋ ਟਿਊਸ਼ਨ ਫੀਸ ਹੈ ਇਸ ਨੂੰ ਫ੍ਰੀਜ਼ ਕਰਨ ਦਾ ਜੋ ਗੱਲ ਕਾਫੀ ਸਮੇਂ ਤੋਂ ਚੱਲ ਰਹੀ ਸੀ, ਹੋਈ ਸੀ, ਪੈਂਡੈਮਿਕ ਦੇ ਦੌਰਾਨ ਫ੍ਰੀਜ਼ ਕੀਤੀ ਸੀ, ਫਾਈਨਲੀ ਇਸ ਨੂੰ ਖਤਮ ਕੀਤਾ ਗਿਆ। ਹੁਣ ਦੇਖਣਾ ਹੋਏਗਾ ਕਿ ਕਾਲਜਿਸ ਨੂੰ ਇਸ ਦਾ ਕਿੰਨਾ ਕੁ ਫਾਇਦਾ ਮਿਲਦਾ ਹੈ। ਅਗਲੀ ਖਬਰ ਜੀ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨਾਲ ਜੁੜੀ ਹੋਈ। ਅਸਲ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਲੈਨਾ ਡੀਐਪ ਨੇ ਇਹਨਾਂ ਨੇ ਅੱਜ ਕਿਹਾ ਹੈ ਕਿ ਸਰਕਾਰ ਦੇ ਬਾਰਡਰ ਤੇ ਇਮੀਗ੍ਰੇਸ਼ਨ ਬਿੱਲ C-12 ਦੇ ਵਿੱਚ ਜੋ ਰਿਫਿਊਜੀ ਸਟੇਟਸ ਕਲੇਮ ਪ੍ਰੋਸੈਸ ਤੇ ਚੇਂਜਸ ਪ੍ਰਪੋਜ਼ਡ ਨੇ ਉਹ ਐਪਲੀਕੈਂਟਸ ਦੇ ਲਈ ਬੈਟਰ ਨੇ, ਪਰ ਕਈ ਆਰਗੇਨਾਈਜੇਸ਼ਨਸ ਇਸ ਨੂੰ ਕ੍ਰਿਟਿਸਾਈਜ਼ ਕਰ ਰਹੀਆਂ ਨੇ। ਬਿੱਲ C-12 ਅਸਲ ਦੇ ਵਿੱਚ ਹੈ ਕੀ ਹੈ, ਇਹ ਕਹਿੰਦਾ ਕੀ ਹੈ? ਬਿੱਲ C-12 ਦੇ ਅਨੁਸਾਰ ਜੋ ਲੋਕ ਕੈਨੇਡਾ ਵਿੱਚ 1 ਸਾਲ ਤੋਂ ਵੱਧ ਸਮੇਂ ਪਹਿਲਾਂ ਆਏ ਸੀ ਉਹ ਹੁਣ ਆਪਣੀ ਰਿਫਿਊਜੀ ਕਲੇਮ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਦੇ ਕੋਲ ਯਾਨੀ ਕਿ IRB ਦੇ ਕੋਲ ਨਹੀਂ ਦੇ ਸਕਣਗੇ। ਇਸ ਦੀ ਬਜਾਏ ਉਹਨਾਂ ਨੂੰ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਯਾਨੀ ਕਿ PRRA ਇਸ ਦੇ ਲਈ ਅਪਲਾਈ ਕਰਨਾ ਪਏਗਾ। PRRA ਆਮ ਤੌਰ ਤੇ ਉਹਨਾਂ ਲਈ ਹੁੰਦਾ ਹੈ ਜਿਨ੍ਹਾਂ ਦੇ ਅਸਾਈਲਮ ਕਲੇਮ ਪਹਿਲਾਂ ਹੀ ਰਿਜੈਕਟ ਹੋ ਚੁੱਕੇ ਹੁੰਦੇ ਨੇ ਤੇ ਉਹ ਅਪੀਲ ਕਰਦੇ ਨੇ। ਹੁਣ ਇਸ ਨੂੰ ਕ੍ਰਿਟਿਸਾਈਜ਼ ਕਿਉਂ ਕੀਤਾ ਜਾ ਰਿਹਾ ਹੈ? ਅਸਲ ਦੇ ਵਿੱਚ ਕੈਨੇਡੀਅਨ ਬਾਰ ਐਸੋਸੀਏਸ਼ਨ ਐਂਡ ਐਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਇਹ ਬਿੱਲ ਇੱਕ 2-ਟਾਇਰ ਅਸਾਈਲਮ ਸਿਸਟਮ ਬਣੇਗਾ। PRRA ਪ੍ਰੋਸੈਸ ਵਿੱਚ ਹਰ ਕਿਸੇ ਨੂੰ ਇਨ ਪਰਸਨ ਔਰਲ ਹੀਅਰਿੰਗ ਦੀ ਗਰੰਟੀ ਨਹੀਂ ਹੋਏਗੀ ਤੇ ਇਸ ਦੇ ਨਾਲ ਵਲਨਰੇਬਲ ਲੋਕ ਜਿਵੇਂ ਕਿ LGBTQ+ ਕਮਿਊਨਿਟੀ ਦੇ ਮੈਂਬਰਸ ਜਾਂ ਫਿਰ ਡੋਮੈਸਟਿਕ ਵਾਇਲੈਂਸ ਸਰਵਾਈਵਰਸ ਇਹਨਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਦੇ ਉੱਤੇ ਮਿਨਿਸਟਰ ਨੇ ਕੀ ਜਵਾਬ ਦਿੱਤਾ? ਇਸ ਦੇ ਉੱਤੇ ਮਿਨਿਸਟਰ ਡੀਐਪ ਨੇ ਜਵਾਬ ਦਿੱਤਾ ਕਿ ਜਿਹੜੀ ਸੈਨੇਟ ਆਫੀਸ਼ੀਅਲ ਅਫੇਅਰਸ ਕਮੇਟੀ ਹੈ ਇਹਨਾਂ ਨੂੰ ਕਿਹਾ ਕਿ PRRA ਤਾਂ ਕਈ ਡੈਕੇਡਸ ਤੋਂ ਚੱਲਦਾ ਆ ਰਿਹਾ, ਇਸ ਨੂੰ ਐਨਹੈਂਸ ਯਾਨੀ ਕਿ ਮਜ਼ਬੂਤ ਕੀਤਾ ਜਾਏਗਾ। ਜੇ ਡਾਕੂਮੈਂਟਸ ਦੇ ਆਧਾਰ ਦੇ ਉੱਤੇ ਸਾਫ਼ ਹੋਵੇ ਕਿ ਕਿਸੇ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਤਾਂ ਉਹਨਾਂ ਨੂੰ PRRA ਤੋਂ ਰਾਈਟ ਅਵੇ ਯੈਸ ਮਿਲ ਜੇਗੀ। ਜਿੱਥੇ ਕਲੈਰਿਟੀ ਦੀ ਜ਼ਰੂਰਤ ਹੋਵੇਗੀ ਉੱਥੇ ਹੀਅਰਿੰਗ ਵੀ ਹੋ ਸਕਦੀ ਹੈ, ਪਰ ਕੁਝ ਐਪਲੀਕੈਂਟਸ ਨੂੰ ਹੀਅਰਿੰਗ ਤੋਂ ਪਹਿਲਾਂ ਹੀ ਰਿਜੈਕਟ ਕੀਤਾ ਜਾ ਸਕਦਾ ਹੈ। ਸੋ ਇਸ ਦੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੋ ਸਕਦੇ ਨੇ, ਇਸ ਦੇ ਬਾਰੇ ਵਿੱਚ ਵੀ ਮਿਨਿਸਟਰ ਨੇ ਕਿਹਾ 3 ਜੂਨ
ਤੋਂ ਲੈ ਕੇ 31 ਅਕਤੂਬਰ 2025 ਤੱਕ ਦਿੱਤੀਆਂ 50,000 ਅਸਾਈਲਮ ਕਲੇਮਸ ਦੇ ਵਿੱਚੋਂ 37% ਲਗਭਗ 19,000 ਕਲੇਮਸ ਇਸ ਨਵੇਂ ਕਾਨੂੰਨ ਦੇ ਹੇਠ ਇਨਐਲੀਜੀਬਲ ਹੋ ਜਾਣਗੇ। ਉਹ ਪਹਿਲਾਂ ਗਲਤੀ ਨਾਲ ਕਹਿ ਬੈਠੇ ਸੀ ਕਿ ਇਸ ਨਾਲ ਸਿਰਫ 37 ਕਲੇਮਸ ਹੀ ਪ੍ਰਭਾਵਿਤ ਹੋਣਗੇ। ਉਹਨਾਂ ਨੇ ਇੱਕ ਹੋਰ ਗਲਤੀ ਠੀਕ ਕੀਤੀ। ਪਿਛਲੇ ਸਾਲ ਦੀਆਂ ਅਸਾਈਲਮ ਕਲੇਮਸ ਦੇ ਵਿੱਚ 17% ਸਟੂਡੈਂਟ ਵੀਜ਼ਾ ਹੋਲਡਰ ਸੀ, ਪਹਿਲਾਂ ਉਹਨਾਂ ਨੇ 37% ਕਹਿ ਦਿੱਤਾ ਸੀ। ਇਸ ਤੋਂ ਇਲਾਵਾ ਰੈਟਰੋਐਕਟਿਵ ਰੂਲਸ ਦੇ ਬਾਰੇ ਵਿੱਚ ਗੱਲ ਕੀਤੀ ਜਾਵੇ ਤਾਂ ਇਹ 1 ਸਾਲ ਵਾਲੀ ਪਾਬੰਦੀ ਜਿਹੜੀ ਹੈ ਇਹ 24 ਜੂਨ 2020 ਤੋਂ ਪਿਛਲੇ ਸਮੇਂ ਲਈ ਵੀ ਲਾਗੂ ਹੋਏਗੀ। ਉਸ ਦਿਨ ਤੋਂ ਡਿਪਾਰਟਮੈਂਟ ਨੇ ਐਂਟਰੀ ਐਗਜ਼ਿਟ ਡਾਟਾ ਵੀ ਵਧੀਆ ਤਰੀਕੇ ਨਾਲ ਕਲੈਕਟ ਕਰਨਾ ਸ਼ੁਰੂ ਕਰ ਦਿੱਤਾ ਸੀ। ਮਤਲਬ ਕਿ ਕਿਹੜੇ ਲੋਕ ਤੇ ਕਿੰਨੇ ਲੋਕ ਕੈਨੇਡਾ ਵਿੱਚ ਐਂਟਰ ਕਰ ਰਹੇ ਨੇ ਤੇ ਕਿਹੜੇ ਲੋਕ ਤੇ ਕਿੰਨੇ ਲੋਕ ਕੈਨੇਡਾ ਤੋਂ ਬਾਹਰ ਜਾ ਰਹੇ ਨੇ, ਇਸ ਦਾ ਡਾਟਾ ਰੱਖਣਾ ਸ਼ੁਰੂ ਕਰ ਦਿੱਤਾ ਸੀ। ਪੈਂਡੈਮਿਕ ਤੋਂ ਪਹਿਲਾਂ ਕੋਈ ਬਹੁਤਾ ਡਾਟਾ ਕੈਨੇਡਾ ਦੇ ਕੋਲ ਨਹੀਂ ਸੀ, ਪਰ ਪੈਂਡੈਮਿਕ ਦੇ ਦੌਰਾਨ ਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਜਦੋਂ ਕ੍ਰਿਟਿਸਿਜ਼ਮ ਹੋਣਾ ਸ਼ੁਰੂ ਹੋਇਆ ਸਰਕਾਰ ਦਾ, ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਡਾਟਾ ਰੱਖਣਾ ਹੁਣ ਮਸਟ ਕੀਤਾ ਜਾਏਗਾ। ਇਸ ਨੂੰ ਲੈ ਕੇ ਇੱਕ ਲਾਇਰ ਨੇ ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਕਿਸੇ ਦਾ ਪਰਸੀਕਿਊਸ਼ਨ ਰਿਸਕ 1 ਸਾਲ ਬਾਅਦ ਵੀ ਬਦਲ ਸਕਦਾ ਹੈ। ਜਿਵੇਂ ਜੇਕਰ ਕੋਈ ਵਿਅਕਤੀ ਕੈਨੇਡਾ ਵਿੱਚ ਆ ਕੇ LGBTQ ਇਸ ਦੇ ਤੌਰ ਦੇ ਉੱਤੇ ਕਮ ਆਊਟ ਕਰਦਾ ਹੈ ਜਾਂ ਫਿਰ ਬੱਚੇ ਅਬਿਊਸਿਵ ਪੇਰੈਂਟਸ ਤੋਂ ਵੱਖ ਹੋ ਜਾਣ, ਆਪਣੇ ਦੇਸ਼ ਵਿੱਚ ਕਨਫਲਿਕਟ ਜਾਂ ਫਿਰ ਹਿਊਮੈਨਿਟੇਰੀਅਨ ਡਿਜ਼ਾਸਟਰ ਹੋ ਜਾਵੇ, ਇਹਨਾਂ ਹਾਲਾਤਾਂ ਦੇ ਵਿੱਚ ਇਹ ਬਦਲ ਸਕਦਾ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਰੈਟਰੋਐਕਟਿਵ ਰੂਲਸ 2 ਕਿਸਮ ਦੇ ਰਿਫਿਊਜੀ ਕਲੇਮੈਂਟਸ ਬਣਾਉਂਦਾ ਹੈ। ਇੱਕ ਉਹ ਜਿਨ੍ਹਾਂ ਨੂੰ ਔਰਲ ਹੀਅਰਿੰਗ ਮਿਲਦੀ ਹੈ IRB ਦੇ ਵਿੱਚ ਉਹਨਾਂ ਦੇ ਸਾਹਮਣੇ, ਤੇ ਦੂਜੇ ਉਹ ਜਿਨ੍ਹਾਂ ਨੂੰ ਸਿਰਫ ਰਿਟਨ PRRA ਐਪਲੀਕੇਸ਼ਨਸ ਮਿਲੇਗੀ। IRCC ਦੇ EMPLOYEES ਦੇ ਵੱਲੋਂ ਡਿਸੀਜਨ ਹੋਏਗਾ, ਉਹ ਵੀ ਬਿਨਾਂ ਫੁੱਲ ਹੀਅਰਿੰਗ ਦੇ। ਸੋ ਸੁਪਰੀਮ ਕੋਰਟ ਦਾ ਮਸਲਾ ਦੀ ਗੱਲ ਕੀਤੀ ਜਾਵੇ ਤਾਂ ਐਮਨੈਸਟੀ ਇੰਟਰਨੈਸ਼ਨਲ ਦੇ ਲਾਇਰ ਨੇ ਕਿਹਾ ਕਿ 1985 ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਰਿਫਿਊਜੀ ਕਲੇਮੈਂਟਸ ਨੂੰ ਔਰਲ ਹੀਅਰਿੰਗਸ ਦੀ ਲੋੜ ਹੁੰਦੀ ਹੈ। PRRA ਡਿਸੀਜਨ ਨੂੰ ਫੈਡਰਲ ਕੋਰਟ ਵਿੱਚ ਚੈਲੰਜ ਕਰਨ ਦੇ ਉੱਤੇ ਆਟੋਮੈਟਿਕ ਸਟੇ ਆਫ ਰਿਮੂਵਲ ਨਹੀਂ ਹੁੰਦੀ। ਇਸ ਦਾ ਮਤਲਬ ਇਹ ਹੈ ਕਿ ਵਿਅਕਤੀ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਜਦੋਂ ਉਹ ਆਪਣਾ ਕੇਸ ਚੈਲੰਜ ਕਰ ਰਿਹਾ ਹੋਵੇ। ਸੋ ਇਹਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ, ਪਰ IRCC ਦੇ ਇੱਕ ਸੀਨੀਅਰ ਲੀਗਲ ਕਾਉਂਸਲ ਨੇ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਨਹੀਂ ਕਿਹਾ ਕਿ ਹਰ ਕੇਸ ਵਿੱਚ ਔਰਲ ਹੀਅਰਿੰਗ ਹੋਣੀ ਜ਼ਰੂਰੀ ਹੈ। ਔਰਲ ਹੀਅਰਿੰਗ ਤਦ ਹੀ ਲਾਜ਼ਮੀ ਹੈ ਜਦੋਂ ਕ੍ਰੈਡੀਬਿਲਿਟੀ ਦਾ ਕੋਈ ਇਸ਼ੂ ਹੋਵੇ। ਰਿਫਿਊਜੀ ਬੈਕਲੌਗ ਦੀ ਗੱਲ ਕੀਤੀ ਜਾਵੇ ਤਾਂ ਆਫੀਸ਼ੀਅਲਸ ਨੇ ਦੱਸਿਆ ਹੈ ਕਿ ਇਸ ਸਮੇਂ ਰਿਫਿਊਜੀ ਕਲੇਮ ਬੈਕਲੌਗ ਲਗਭਗ 3 ਲੱਖ ਐਪਲੀਕੇਸ਼ਨਸ ਦਾ ਹੈ। ਹਰ ਸਾਲ 80,000 ਡਿਸੀਜਨਸ ਹੁੰਦੇ ਨੇ ਤੇ ਇਸ ਨਾਲ ਲਗਭਗ 3 ਸਾਲ ਦਾ ਵੇਟ ਟਾਈਮ ਪੀਰੀਅਡ ਬਣ ਰਿਹਾ ਹੈ। ਸੋ ਅਸਾਈਲਮ ਪਾਲਿਸੀ ਡਾਇਰੈਕਟਰ ਜਨਰਲ ਉਹਨਾਂ ਦੀ ਵੀ ਇਸ ਨੂੰ ਲੈ ਕੇ ਸਟੇਟਮੈਂਟ ਸਾਹਮਣੇ ਆਈ ਹੈ। ਉਹਨਾਂ ਨੇ ਕਿਹਾ ਹੈ ਕਿ 1 ਸਾਲ ਦੀ ਲਿਮਿਟ ਫਿਊਚਰ ਦੇ ਵਿੱਚ ਵਾਧਾ ਕਰ ਸਕਦੀ ਹੈ, ਐਪਲੀਕੇਸ਼ਨਸ ਦੇ ਵਿੱਚ ਵਾਧਾ ਕਰ ਸਕਦੀ ਹੈ ਤੇ ਅਸਾਈਲਮ ਸਿਸਟਮ ਦੇ ਮਿਸਯੂਜ਼ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ ਕਿ ਕੀਤਾ ਜਾਵੇ। ਦੂਜੇ ਪਾਸੇ ਕੁਝ ਲੋਕ ਅਸਾਈਲਮ ਨੂੰ ਲਾਸਟ ਡਿਚ ਐਫਰਟ ਦੇ ਤੌਰ ਦੇ ਉੱਤੇ ਯੂਜ਼ ਕਰਦੇ ਨੇ ਕੰਟਰੀ ਦੇ ਵਿੱਚ ਰਹਿਣ ਲਈ। ਜਿਵੇਂ ਕਿ ਪਿੱਛੇ ਵੀ ਕਈ ਵਾਰੀ ਸਟੇਟਮੈਂਟਸ ਆਈਆਂ ਸੀ ਕਿ ਕੁਝ ਲੋਕ ਜਿਹੜੇ ਨੇ ਕਿ ਇੱਥੇ ਆ ਕੇ ਅਸਾਈਲਮ ਕਲੇਮ ਕਰ ਲੈਂਦੇ ਨੇ ਗਲਤ ਤਰੀਕੇ ਦੇ ਨਾਲ। ਕੈਨੇਡਾ ਵਿੱਚ ਰਹਿਣ ਲਈ ਇਸ ਦਾ ਫਾਇਦਾ ਚੁੱਕਿਆ ਜਾਂਦਾ ਹੈ, ਪਰ PR ਡਾਕੂਮੈਂਟਸ ਦੇ ਬਾਰੇ ਵਿੱਚ ਵੀ ਵਿਵਾਦ ਨੇ। ਬਿੱਲ ਦੇ ਵਿੱਚ ਇੱਕ ਹੋਰ ਪਾਵਰ ਜਿਹੜੀ ਆ ਉਹ ਪ੍ਰਪੋਜ਼ ਕੀਤੀ ਗਈ ਹੈ। ਸਰਕਾਰ ਪਬਲਿਕ ਇੰਟਰਸਟ ਦੇ ਨਾਮ ਦੇ ਉੱਤੇ ਕੁਝ ਇਮੀਗ੍ਰੇਸ਼ਨ ਡਾਕੂਮੈਂਟਸ ਜਿਵੇਂ ਕਿ PR ਵੀਜ਼ਾਸ ਤੇ PR ਕਾਰਡਸ ਨੂੰ ਕੈਂਸਲ ਜਾਂ ਵੈਰੀ ਕਰ ਸਕਦੀ ਹੈ। ਇਸ ਦਾ ਫੈਸਲਾ ਕੈਬਨਿਟ ਕਰੇਗਾ ਤੇ ਰੀਜ਼ਨਿੰਗ ਕੈਨੇਡਾ ਗੈਜ਼ਟ ਦੇ ਵਿੱਚ ਪਬਲਿਸ਼ ਹੋਏਗੀ। ਓਪੋਨੈਂਟਸ ਕਹਿੰਦੇ ਨੇ ਕਿ ਇਹ ਪਾਵਰ ਬਹੁਤ ਬਰੋਡ ਹੈ। ਸੈਨੇਟਰਸ ਨੇ ਪੁੱਛਿਆ ਹੈ ਕਿ ਕੀ ਇਹ PR ਸਟੇਟਸ ਨੂੰ ਖਤਰੇ 'ਚ ਪਾਏਗਾ, ਤੇ ਇਸ ਦੇ ਉੱਤੇ ਮਿਨਿਸਟਰ ਡੀਐਪ ਨੇ ਕਿਹਾ ਕਿ ਲੈਂਡਡ ਇਮੀਗ੍ਰੈਂਟ ਸਟੇਟਸ ਇਸ ਬਿੱਲ ਦੇ ਨਾਲ ਨਹੀਂ ਬਦਲੇਗਾ। ਸਟੇਟਸ ਤਦ ਹੀ ਬਦਲ ਸਕਦਾ ਹੈ ਜੇ ਕੋਈ ਇਨਐਡਮਿਸਿਬਲ ਹੋਵੇ ਜਾਂ ਫਿਰ ਇਲੀਗਲ ਕੰਮ ਕਰੇ। ਇਸ ਤੋਂ ਇਲਾਵਾ IRCC ਤੋਂ ਤਾਰਾ ਲੈਂਗ ਨੇ ਕਿਹਾ ਹੈ ਕਿ ਇਹ ਪਾਵਰ ਮੇਨਲੀ ਟਰੈਵਲ ਡਾਕੂਮੈਂਟ ਲਈ ਹੈ। PR ਕਾਰਡ ਸਟੇਟਸ ਨਹੀਂ ਹੈ, ਸਿਰਫ ਇੱਕ ਪ੍ਰੂਫ ਹੈ। ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕਿ ਜਿਵੇਂ ਸਿਟੀਜ਼ਨ ਦੇ ਕੋਲ ਪਾਸਪੋਰਟ ਨਾ ਹੋਵੇ ਤਾਂ ਸਿਟੀਜ਼ਨਸ਼ਿਪ ਖਤਮ ਨਹੀਂ ਹੁੰਦੀ, ਪਰ BC ਸੈਨੇਟਰ ਨੇ ਕਿਹਾ ਹੈ ਕਿ PR ਕਾਰਡ ਕੈਂਸਲ ਕਰਨਾ ਸਟੇਟਸ 'ਤੇ ਅਸਰ ਪਾ ਸਕਦਾ ਹੈ। ਇਸ ਨਾਲ ਸਟੇਟਸ ਦੇ ਉੱਤੇ ਅਸਰ ਪੈਂਦਾ ਹੈ। ਸੋ ਇਹ ਕਹਿਣਾ ਹੈ ਕਿ ਸਟੇਟਸ ਨਹੀਂ ਬਦਲੇਗਾ, ਇਹ ਕੈਨੇਡੀਅਨਸ ਦੀ ਇੰਟੈਲੀਜੈਂਸ ਦਾ ਉਹਨਾਂ ਨੇ ਕਿਹਾ ਕਿ ਇਨਸਲਟ ਹੈ। ਹੁਣ ਅੱਗੇ ਕੀ ਹੋ ਸਕਦਾ ਹੈ? ਸੈਨੇਟ ਬਿੱਲ C-12 ਦਾ ਜਿਹੜਾ ਆ ਇਸ ਵਕਤ ਇਸ ਦੀ ਸਟੱਡੀ ਕਰ ਰਿਹਾ। 24 ਫਰਵਰੀ ਤੱਕ ਅਮੈਂਡਮੈਂਟਸ ਦੇਣ ਦੀ ਡੈਡਲਾਈਨ ਹੈ। ਸੋਸ਼ਲ ਅਫੇਅਰ ਕਮੇਟੀ ਦੀ ਟੈਸਟੀਮਨੀ ਇੱਕ ਰਿਪੋਰਟ ਬਣਾਏਗੀ। ਉਹ ਰਿਪੋਰਟ ਸੈਨੇਟ ਦੀ ਨੈਸ਼ਨਲ ਸਿਕਿਉਰਿਟੀ ਕਮੇਟੀ ਨੂੰ ਜਾਏਗੀ ਜੋ ਕਿ ਅਮੈਂਡਮੈਂਟਸ ਪ੍ਰਪੋਜ਼ ਕਰੇਗੀ। ਸੋ ਉਸ ਤੋਂ ਬਾਅਦ ਦੇਖਣਾ ਹੋਏਗਾ ਕਿ ਬਿੱਲ C-12 ਅੱਗੇ ਕਿੱਥੇ ਵੱਲ ਨੂੰ ਰੁਖ ਕਰਦਾ ਹੈ।